जी, मैं हाँ संदेश औलख शर्मा। जगबानी टीवी ते तुहाडा सब दा बहुत बहुत स्वागत है। वेले हुण तक दी हम खबरां दे विस्तार विच आउण तों पहिलां एक नज़र सुर्खियां ते। विरोधी धिर दे नेता हरपाल सिंह चीमा दे निशाने ते अकाली ते कांग्रेस कहा बादलां दी थ्योरी ते काम कर रही कांग्रेस। चंडीगढ़ नगर निगम दीआं चोणां नूं लैके श्रोमणी अकाली दल दा ऐलान, कहा भाजपा दे नाल गठजोड़ चंडीगढ़ विच भी खत्म। ते खुद नूं राजपाल दा करीबी कह के महिला ने ठगे ਲੱਖਾਂ रुपए। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਚੋਣਾਂ ਦੀ। ਪੰਜਾਬ ਦੇ ਵਿੱਚ ਚੋਣਾਂ ਦੇ ਬੱਦਲ ਛਾਏ ਹੋਏ ਨੇ। ਅਜਿਹੇ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਕਮਰ ਕੱਸ ਲਈ ਹੈ। ਸਾਰੀਆਂ ਪਾਰਟੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਵਿਧਾਨ ਸਭਾ ਚੋਣਾਂ ਦੀ, ਤਾਂ ਜੋ ਇਹਨਾਂ ਚੋਣਾਂ ਦੇ ਵਿੱਚ ਜਿੱਤ ਦਰਜ ਕਰਵਾਈ ਜਾ ਸਕੇ। ਅਜਿਹੇ ਵਿੱਚ ਚੰਡੀਗੜ੍ਹ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਤੇ ਉਹਨਾਂ ਨੇ ਇਸ ਦੌਰਾਨ ਆਪਣੇ ਨਿਸ਼ਾਨੇ ਤੇ ਰੱਖਿਆ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ। ਬਿਜਲੀ ਦੇ ਮੁੱਦੇ ਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਤੇ ਕਿਹਾ ਕਿ ਜੋ ਥਿਊਰੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ ਉਸੇ ਥਿਊਰੀ ਤੇ ਕਾਂਗਰਸ ਕੰਮ ਕਰ ਰਹੀ ਹੈ। ਜਦੋਂ ਝੋਨਾ ਲੱਗਿਆ ਪੰਜਾਬ ਦੇ ਵਿੱਚ ਮੋਟਰਾਂ ਬੰਦ ਰਹੀਆਂ, ਲੋਕਾਂ ਨੂੰ ਡੀਜ਼ਲ ਫੂਕਣਾ ਪਿਆ, ਮਹਿੰਗੇ ਭਾਅ ਦਾ ਡੀਜ਼ਲ ਲੈ ਕੇ ਕਿਸਾਨ ਨੇ ਆਪਣੀ ਫਸਲ ਪਾਲੀ ਆ। ਔਰ ਪਰ ਲੇਕਿਨ ਪੰਜਾਬ ਸਰਕਾਰ ਨੇ ਇੱਕ ਵੀ ਕਾਰਵਾਈ, ਕੋਈ ਵੀ ਕਾਰਵਾਈ ਜਿਹੜੀ ਹੈਗੀ ਆ ਉਹਨਾਂ ਥਰਮਲ ਪਲਾਂਟਾਂ ਦੇ ਖਿਲਾਫ ਇੱਕ ਵੀ ਕਾਰਵਾਈ ਨਹੀਂ ਕੀਤੀ ਹੈਗੀ। ਕਿਉਂ ਨਹੀਂ ਕੀਤੀ? ਕਿਉਂਕਿ ਉਹ ਇੱਕ ਪਾਸੜ ਹੋਏ ਸਮਝੌਤੇ ਨੇਗੇ, ਇੱਕ ਤਰਫਾ ਹੋਏ ਸਮਝੌਤੇ ਨੇਗੇ। ਉਹਨਾਂ ਸਮਝੌਤਿਆਂ ਦੇ ਨਾਲ ਜਿਹੜਾ ਕੰਪਨੀਆਂ ਨੂੰ ਲਾਭ ਪਹੁੰਚਿਆ ਗਾ, ਪੰਜਾਬ ਨੂੰ ਹਾਨੀ ਹੋਈ ਆ, ਪੰਜਾਬ ਨੂੰ ਨੁਕਸਾਨ ਹੋਇਆ ਗਾ, ਪੂਰੇ ਪੰਜਾਬ ਨੂੰ ਨੁਕਸਾਨ ਹੋਇਆ ਗਾ, ਪੂਰੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਗਾ। ਪਰ ਲੇਕਿਨ ਚੰਦ ਕੰਪਨੀਆਂ ਨੂੰ ਫਾਇਦਾ ਹੋਇਆ, ਕਿਉਂਕਿ ਇਹਨਾਂ ਕੰਪਨੀਆਂ ਦੇ ਵਿੱਚ ਦਲਾਲੀ ਜਿਹੜੀ ਆ, ਇਹਨਾਂ ਕੰਪਨੀਆਂ 'ਚ ਕਮਿਸ਼ਨ ਜਿਹੜਾ ਗਾ, ਪ੍ਰਾਈਵੇਟ ਕੰਪਨੀਆਂ ਤੋਂ ਕਮਿਸ਼ਨ ਲਿਆ ਗਿਆ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਲਿਆ ਗਿਆ, ਹੁਣ ਉਹੀ ਕਮਿਸ਼ਨ 4.5 ਸਾਲ ਮੌਜੂਦਾ ਗਵਰਨਮੈਂਟ ਕੈਪਟਨ ਸਾਹਿਬ ਲੈਂਦੇ ਰਹੇ ਨੇ ਕਿ ਕਾਂਗਰਸ ਪਾਰਟੀ ਲੈਂਦੀ ਰਹੀ ਆ। ਜਿਹੜਾ ਕਮਿਸ਼ਨ ਇਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਪਹਿਲਾਂ ਅਕਾਲੀਆਂ ਦੇ ਘਰੇ ਜਾਂਦਾ ਸੀ, ਕਾਂਗਰਸੀਆਂ ਦੇ ਬੀਜੇਪੀ ਵਾਲੇ ਦੇ ਘਰੇ ਜਾਂਦਾ ਸੀਗਾ, ਉਹ ਸਾਰਾ ਕਮਿਸ਼ਨ ਜਿਹੜਾ ਹੈਗਾ ਹੁਣ ਕਾਂਗਰਸ ਪਾਰਟੀ ਕੋਲੇ ਜਾ ਰਿਹਾ। ਚੰਡੀਗੜ੍ਹ ਦੇ ਵਿੱਚ ਵੀ ਨਗਰ ਨਿਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਜਿਹੇ ਵਿੱਚ ਸਵਾਲ ਇਹ ਉੱਠ ਰਿਹਾ ਸੀ ਕਿ ਕੀ ਚੰਡੀਗੜ੍ਹ ਦੇ ਵਿੱਚ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਚੋਣਾਂ ਲੜੇਗਾ, ਤਾਂ ਇਸ ਦਾ ਜਵਾਬ ਵੀ ਹੁਣ ਹਰਦੀਪ ਪੁਰੀ ਨੇ ਦੇ ਦਿੱਤਾ ਹੈ। ਇਹ ਚੁਣਾਵ ਅਲੱਗ ਲੜਾਂਗੇ ਜੀ, ਬੀਜੇਪੀ ਤੋਂ ਅਲੱਗ ਲੜਾਂਗੇ, ਕਿਉਂਕਿ ਸਾਡਾ ਪਹਿਲਾਂ ਸਮਝੌਤਾ ਸੀ ਉਹਨਾਂ ਨਾਲ, ਕਿਸਾਨੀ ਮੁੱਦੇ ਨੂੰ ਲੈ ਕੇ ਸਾਡਾ ਇਹ ਸਮਝੌਤਾ ਟੁੱਟਿਆ ਹੈ। ਜਦੋਂ ਤੱਕ ਉਹ ਤਿੰਨੋਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੇ ਉਦੋਂ ਤੱਕ ਸਾਡੀ ਸਮਝੌਤੇ ਵਾਲੀ ਕੋਈ ਗੱਲ ਨਹੀਂ ਉਹਨਾਂ ਨਾਲ। ਅਸੀਂ ਇਸ ਵਾਰ ਜਿਵੇਂ ਕਿ ਪੰਜਾਬ ਦੇ ਵਿੱਚ ਅਸੀਂ ਬੀਐਸਪੀ ਨਾਲ ਮਿਲ ਕੇ ਲੜ ਰਹੇ ਹਾਂ, ਚੰਡੀਗੜ੍ਹ ਦੇ ਵਿੱਚ ਵੀ ਸਾਡੀ ਗੱਲ ਹੈ ਜਿਹੜੀ ਉਹ ਬੀਐਸਪੀ ਨਾਲ ਲਗਭਗ ਫਾਈਨਲ ਹੋਣ ਜਾ ਰਹੀ ਹੈ। ਅਸੀਂ ਦੋ ਪਾਰਟੀਆਂ ਤਾਂ ਲਗਭਗ ਅਸੀਂ ਲੜਾਂਗੇ ਮਿਲ ਕੇ। ਮੇਰੀ ਹੋਰ ਵੀ ਹਮਖਿਆਲੀ ਪਾਰਟੀਆਂ ਨਾਲ ਗੱਲ ਚੱਲ ਰਹੀ ਹੈ ਤੇ ਅਸੀਂ 35 ਦੇ 35 ਵਾਰਡ ਅਸੀਂ ਆਪਣੇ ਦਮ ਤੇ ਲੜਾਂਗੇ ਤੇ ਚੰਡੀਗੜ੍ਹ ਦੇ ਵਿੱਚ ਅਗਲਾ ਮੇਅਰ ਸ਼੍ਰੋਮਣੀ ਅਕਾਲੀ ਦਲ ਦਾ ਬਣਾਵਾਂਗੇ। ਸਾਡੇ ਮੁੱਦੇ ਪਾਣੀ ਦਾ ਬਹੁਤ ਵੱਡਾ ਮੁੱਦਾ ਹੈ। ਦੇਖੋ, ਪਹਿਲਾਂ ਤਾਂ ਪਾਣੀ ਦੇ ਰੇਟ ਵਧਾਏ, ਫਿਰ ਹੁਣ ਉਹਨਾਂ ਦੇ ਆਰਜੀ ਤੌਰ ਤੇ ਰੋਕ ਲਗਾਈ ਹੈ, ਵਾਪਸ ਨਹੀਂ ਲਏ ਗਏ ਫੈਸਲੇ, ਉਹ ਆਰਜੀ ਤੌਰ ਤੇ ਰੋਕ ਲਾ ਦਿੱਤੀ ਗਈ ਹੈ। ਸੀਵਰ ਸੈਸ ਬਹੁਤ ਕਰਿਆ ਗਿਆ, ਵਧਾਇਆ ਗਿਆ ਹੈ। ਕੂੜੇ ਦਾ ਦੇਖ ਲਓ ਤੁਸੀਂ, ਉਹੀ ਹਾਲ ਹੈ। ਡੱਡੂਮਾ ਜਿਹੜਾ ਡੰਪਿੰਗ ਗਰਾਊਂਡ ਜਿੱਥੇ ਸੀਗਾ ਉੱਥੇ ਦਾ ਉੱਥੇ ਹੀ ਹੈ ਅੱਜ ਦੀ ਡੇਟ 'ਚ। ਲੋਕ ਬੜੇ ਪਰੇਸ਼ਾਨ ਨੇ ਇਹਨਾਂ ਤੋਂ। ਤੇ ਮਹਿੰਗਾਈ ਦਾ ਮੁੱਦਾ ਤਾਂ ਜਿਹੜਾ ਹੈਗਾ ਉਹ ਤਾਂ ਹੈ ਹੀ ਹੈ ਜੀ। ਮਹਿੰਗਾਈ ਦੇ ਮੁੱਦੇ ਤੇ ਵੀ ਅਸੀਂ ਗੱਲ ਕਰਾਂਗੇ। ਨਿਗਮ ਦੇ ਅੰਦਰ ਇਹਨਾਂ ਨੇ ਇਸ ਵਾਰ ਆਪਣੀ ਮੈਜੋਰਟੀ ਵੱਧ ਹੋਣ ਦਾ ਪੂਰਾ ਨਜਾਇਜ਼ ਫਾਇਦਾ ਚੱਕਿਆ ਤੇ ਲੋਕ ਇਹਨਾਂ ਤੋਂ ਬੜੇ ਪਰੇਸ਼ਾਨ ਨੇ। ਲੋਕ ਉਡੀਕ ਰਹੇ ਨੇ ਦਸੰਬਰ ਆਏ ਤੇ ਇਹਨਾਂ ਦੀ ਛੁੱਟੀ ਕਰੀਏ। ਪੁਰਾਣੇ ਨਹੀਂ, ਇਹ ਨਵੇਂ ਰੇਟਾਂ ਤੇ 2 ਮਹੀਨੇ ਨਵੇਂ ਰੇਟਾਂ, 2-2.5 ਮਹੀਨੇ ਨਵੇਂ ਰੇਟਾਂ ਤੇ ਆਇਆ। ਹੁਣ ਦੇਖੋ, ਸੀਵਰ ਸੈਸ ਜਿਹੜਾ ਕਿ ਪਰ ਸ਼ੀਟ ਤੇ 20 ਰੁਪਏ 25 ਰੁਪਏ ਲੱਗਦਾ ਸੀ, ਹੁਣ ਉਹ ਪਾਣੀ ਦੇ ਬਿੱਲ ਦਾ 30% ਲੱਗਦਾ ਹੈ। ਉਹ ਕਿੱਥੇ ਦੀ ਵਾਜਬ ਗੱਲ ਹੈ। ਬੜੇ ਐਸੇ ਮਸਲੇ ਨੇ। ਪਾਰਕਾਂ ਦੇ ਹਾਲਾਤ ਦੇਖ ਲਓ ਤੁਸੀਂ ਜਾ ਕੇ। ਸੜਕਾਂ ਅੱਜ ਤੱਕ ਚੰਡੀਗੜ੍ਹ ਦੀਆਂ ਸੁਣੀਆਂ ਸੀ ਕਿ ਆਈਆਂ ਸੜਕਾਂ, ਲਾਈਟਾਂ ਨੂੰ ਫੋਨ ਕਰਦੇ ਹਾਂ ਅਸੀਂ, ਕੰਪਨੀ ਨੂੰ ਫੋਨ ਕਰ ਰਹੇ ਹਾਂ ਅਸੀਂ, ਅੱਗੇ ਕਰ ਰਹੇ ਹਾਂ। ਮਤਲਬ ਬਹੁਤ ਮੁੱਦੇ ਨੇ। ਝੂਲਿਆਂ ਦਾ ਹਾਲਾਤ ਦੇਖ ਲਓ, ਝੂਲਿਆਂ ਦੇ ਹਾਲਾਤ ਪਾਰਕਾਂ 'ਚ ਚਲੇ ਜਾਓ, ਜਿੰਮਾਂ ਦੇ ਹਾਲਾਤ ਪਾਰਕਾਂ 'ਚ ਚਲੇ ਜਾਓ, ਪਿੰਡਾਂ ਦੇ ਹਾਲਾਤ ਦੇਖੋ ਜੀ। ਪਿੰਡਾਂ ਦਾ ਹਾਲਾਤ ਇਹ ਹੋ ਗਏ ਨੇ ਵੀ ਜਿਹੜੇ ਪਿੰਡ ਨਿਗਮ ਦੇ ਵਿੱਚ 2-2.5 ਸਾਲ ਪਹਿਲਾਂ ਇਹਨਾਂ ਨੇ ਲਏ ਸੀ ਪੰਚਾਇਤਾਂ ਤੋੜ ਕੇ, 1 ਰੁਪਈਆ ਵੀ ਕਿਸੇ ਪਿੰਡ ਤੇ ਨਹੀਂ ਖਰਚਿਆ। ਉਹ ਬੜੇ ਪਰੇਸ਼ਾਨ ਨੇ ਲੋਕ ਇਹਨਾਂ ਤੋਂ। ਉਹ ਤਾਂ ਉਡੀਕ ਰਹੇ ਨੇ ਕਿ ਆਉਣ ਅਸੀਂ ਇਹਨਾਂ ਦੇ ਖਿਲਾਫ ਵੋਟ ਕਰੀਏ।
ਚੰਡੀਗੜ੍ਹ ਵਿੱਚ ਠੱਗੀ ਦੇ ਤੁਸੀਂ ਬਹੁਤ ਸਾਰੇ ਮਾਮਲੇ ਦੇਖੇ ਜਾਂ ਸੁਣੇ ਹੋਣਗੇ, ਪਰ ਜਿਸ ਮਾਮਲੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਵੱਖਰਾ ਹੈ। ਦਰਅਸਲ ਇੱਥੇ ਇੱਕ ਮਹਿਲਾ ਖੁਦ ਨੂੰ ਰਾਜਪਾਲ ਦਾ ਜਾਣਕਾਰ ਦੱਸਦੀ ਸੀ, ਕਰੀਬੀ ਦੱਸਦੀ ਸੀ ਤੇ ਇਹੀ ਕੁਝ ਕਹਿ ਕੇ ਉਹ ਲੋਕਾਂ ਤੋਂ ਲੱਖਾਂ ਰੁਪਏ ਠੱਗ ਲੈਂਦੀ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸੀ। ਅਕਸਰ ਆਰੋਪੀ ਵੱਡੇ ਲੋਕਾਂ ਨਾਲ ਜਾਣ ਪਹਿਚਾਣ ਹੋਣ ਦੀ ਗੱਲ ਕਹਿ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਲੈਂਦੇ ਹਨ। ਕੁਝ ਅਜਿਹਾ ਹੀ ਮਾਮਲਾ ਚੰਡੀਗੜ੍ਹ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਖੁਦ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਰੀਬੀ ਦੱਸ ਕੇ ਇੱਕ ਮਹਿਲਾ ਨੇ ਪਤੀ ਪਤਨੀ ਤੋਂ ਲੱਖਾਂ ਰੁਪਏ ਠੱਗ ਲਏ। ਸੈਕਟਰ 51 ਚ ਬੂਥ ਅਤੇ ਕਾਰੋਬਾਰੀ ਸੰਪत्ति ਦੀ ਮੁੜ ਤੋਂ ਅਲਾਟਮੈਂਟ ਕਰਵਾਉਣ ਦੇ ਨਾਂ ਤੇ ਮਹਿਲਾ ਨੇ ਪਤੀ ਪਤਨੀ ਤੋਂ 87 ਲੱਖ ਰੁਪਏ ਠੱਗ ਲਏ। ਆਰਥਿਕ ਅਪਰਾਧ ਸ਼ਾਖਾ ਨੇ ਸੈਕਟਰ 49 ਵਾਸੀ ਮਨਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਮਾਮਲੇ 'ਚ ਪੀੜਿਤ ਦੇ ਵਕੀਲ ਸ਼ਿਵ ਮੂਰਤੀ ਯਾਦਵ ਨੇ ਦੱਸਿਆ ਕਿ ਆਰੋਪੀ ਮਹਿਲਾ ਆਪਣੇ ਆਪ ਨੂੰ ਰਾਜਪਾਲ ਦੇ ਕਰੀਬੀ ਦੇ ਨਾਲ ਹਾਊਸਿੰਗ ਬੋਰਡ ਅਲਾਟਮੈਂਟ ਕਮੇਟੀ ਦਾ ਮੈਂਬਰ ਦੱਸਦੀ ਸੀ। ਨਾਲ ਹੀ ਦਾਅਵਾ ਕਰਦੀ ਸੀ ਕਿ ਅਲਾਟਮੈਂਟ ਦੀ ਪ੍ਰਕਿਰਿਆ ਉਸ ਦੇ ਹੱਥ 'ਚ ਹੈ ਅਤੇ ਉਸ ਨੂੰ ਇਸ ਦੇ ਲਈ ਰਾਜਪਾਲ ਤੋਂ ਇਜਾਜ਼ਤ ਮਿਲੀ ਹੋਈ ਹੈ। मामला ये आया है, चंडीगढ़ पुलिस ने आज जो है एक बहुत बड़ा नेक्सस चीटिंग और फ्रॉड का क्रैक किया है, जिसमें उन्होंने एक FIR दर्ज किया था 15/5/2021 को अगेंस्ट मंजीत कौर, वाइफ ऑफ शेर सिंह। इस औरत के खिलाफ ये आरोप है कि यह चंडीगढ़ के अंदर अपना एक बहुत बड़ा एक तरह से नेक्सस चला रही है, जिसके दौरान ये वसूलियाँ करती है लोगों से फेक नाम पर कि भी मैं अथॉरिटी हूँ, मैं गवर्नमेंट के साथ अटैच होकर काम कर रही हूँ, मैं हाउसिंग बोर्ड अलॉटमेंट कमेटी की मेंबर हूँ, और उसके बाद लोगों से ये कहती है कि आप मुझे पैसे दो, अलॉटमेंट की जो प्रक्रिया है मैं सारी पूरी करके आपके नाम मकान और फ्लैट तब बूथ अलॉट कर दूँगी। इसी के झांसे में चंडीगढ़ के बहुत से लोग आए हुए हैं, जिसमें से दो मेरे क्लाइंट भी हैं, जिनका नाम है मदन गोपाल गुप्ता और सुलक्षणा गर्ग। सुलक्षणा गर्ग और मदन गोपाल गुप्ता दोनों ही सरकारी सर्विस से रिटायर हैं, और उनकी रिटायरमेंट की जितना भी अमाउंट था सारा का सारा इस एक्यूज ने चीट करके उसके अकाउंट से सारा अकाउंट खाली कर लिया। उसके बावजूद इसने जो है इनको जो एश्योरेंस दी थी कि मैं फ्लैट दूंगी और बूथ दूंगी, वो कुछ भी उसने नहीं दिया। ਮਹਿਲਾ ਦੇ ਖਿਲਾਫ 1 ਕਰੋੜ 30 ਲੱਖ ਰੁਪਏ ਦੀ ਧੋਖਾਧੜੀ ਦੀ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਇਲਾਵਾ ਇੱਕ ਹੋਰ ਮਾਮਲੇ 'ਚ ਉਸ ਦੇ ਖਿਲਾਫ FIR ਵੀ ਦਰਜ ਹੋ ਚੁੱਕੀ है। कोर्ट ने महिला ਨੂੰ 2 दिन ਦੇ पुलिस रिमांड पे भेज दिया है। ये मई 2021 में हमारे पास एक केस रजिस्टर हुआ है 420 का। इसमें मदन गोपाल गुप्ता जी ने एक शिकायत दी थी और उनकी वाइफ ने भी। ये महिला जो मनजीत कौर है, हालांकि ये सीनियर सिटीजन है, तो इनको इन्होंने अलोर किया कि मेरी ऊपर तक बहुत पहुंच है एडमिनिस्ट्रेशन में, और मैं आप लोगों को जो हाउसिंग बोर्ड के मकान हैं या बूथ हैं, कमर्शियल प्रॉपर्टीज़ हैं, मैं उनको आपको सस्ते रेट्स पे दिलवा सकती हूँ। तो इस तरीके से अलोरमेंट करके इनसे तकरीबन 88 लाख रुपया ले लिया। ना ही इनको कोई बूथ दिलवाया, ना इनको कोई मकान दिलवाया, और इनके पैसे भी नहीं वापस दिए इनको। पहला केस ठगी है और भी ठगी की मनजीत कौर के खिलाफ एक और भी हमारे पास ऑलरेडी कंप्लेंट चल रही है, लेकिन जैसे ये बच्चा दर्ज हुआ उसके बाद से काफ़ी लोग हमारे पास आ रहे हैं भी, हमारे भी इन्होंने पैसे लिए हैं और हमें भी इसी तरीके से अलोर किया था भी मेरे बहुत ऊपर तक पहुँचे और मैं आप लोगों को सस्ते में मकान दिलवा सकती हूँ, हाउसिंग बोर्ड के या जो भी एडमिनिस्ट्रेशन के मकान होते हैं। मैम किसी राजनीतिक दल से भी संबंध रखती है? ऐसा अभी कुछ नहीं आया हमारी इन्वेस्टिगेशन में, ये खुद ही ये काम कर रही थी। अभी मैं रिमांड पे है? हाँ जी, ये रिमांड पे है। इसे हमने 27 को अरेस्ट किया था, तो 2 दिन का हमें रिमांड है, कल इसको दोबारा पेश करेंगे। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਦੇ ਮਹੀਨੇ 'ਚ ਇੱਕ ਵਿਅਕਤੀ ਨੇ ਖੁਦ ਨੂੰ ਰਾਜਪਾਲ ਦਾ ਨਿੱਜੀ ਸਕੱਤਰ ਦੱਸ ਕੇ ਕਈ ਠੇਕੇਦਾਰਾਂ ਤੋਂ ਲੱਖਾਂ ਰੁਪਏ ਲੁੱਟ ਕੇ ਸ਼ਰਾਬ ਲੈ ਲਈ ਸੀ। ਇਸ ਦੇ ਨਾਲ ਹੀ ਆਰੋਪੀ ਨੇ ਰਾਜਪਾਲ ਦੇ ਨਾਂ ਤੇ ਹੀ ਮਹਿੰਗੇ ਕੱਪੜਿਆਂ ਸਣੇ ਹੋਰ ਵੀ ਸਮਾਨ ਖਰੀਦ ਲਿਆ ਸੀ। ਸ਼ਿਕਾਇਤ ਦੇ ਬਾਅਦ ਸੈਕਟਰ 17 ਥਾਣਾ ਪੁਲਿਸ ਨੇ ਆਰੋਪੀ ਨੂੰ ਰੰਗੇ ਹੱਥੀਂ ਫੜ ਲਿਆ ਸੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਅੰਗਹੀਣਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਪਰ ਉਹਨਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਪਰ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ।
ਇਹਨਾਂ ਨੂੰ ਸਾਈਡ ਕੀਤਾ ਜਾ ਰਿਹਾ ਹੈ ਇੱਥੋਂ ਦੀ ਸੀਐਮ ਹਾਊਸ ਦੀ ਬੈਰੀਕੇਡਿੰਗ ਸਾਹਮਣੇ ਇਹ ਪਿਛਲੇ ਕਈ ਦਿਨਾਂ ਤੋਂ ਜਿਹੜੇ ਹੈ ਉਹ ਰੁਕੇ ਹੋਏ ਨੇ। ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਆਫੀਸ਼ੀਅਲ ਰੈਜ਼ੀਡੈਂਸ ਦੇ ਬਾਹਰ। ਤੁਸੀਂ ਵੇਖੋ ਬੈਰੀਕੇਡਿੰਗ ਲੱਗੀ ਹੋਈ ਹੈ ਤੇ ਉਸ ਪਾਸੇ ਜਿਹੜਾ ਹੈ ਚੁਣਿੰਦਾ ਜਿਹੜੀਆਂ ਗੱਡੀਆਂ ਹੈ ਉਧਰ ਉਹੀ ਜਾ ਰਹੀਆਂ ਨੇ ਸੀਐਮ ਹਾਊਸ ਵੱਲ, ਤੇ ਇਸ ਪਾਸੇ ਦੀ ਤਸਵੀਰ ਬੈਰੀਕੇਡਿੰਗ ਦੇ ਇਸ ਪਾਸੇ ਦੀ ਤਸਵੀਰ ਅਸੀਂ ਵਿਖਾਉਂਦੇ ਹਾਂ। ਆਹ ਵੇਖੋ ਇਹ ਜਿਹੜਾ ਅੰਗਹੀਣਾਂ ਦਾ ਮੋਰਚਾ ਹੈ ਇਹ ਪਿਛਲੇ ਕਈ ਦਿਨਾਂ ਤੋਂ ਇੱਥੇ ਲੱਗਿਆ ਹੋਇਆ ਹੈ। ਕਰੀਬਨ 2-3 ਦਿਨ ਪਹਿਲੇ ਇਹਨਾਂ ਨੇ ਮੋਰਚਾ ਆਪਣਾ ਸ਼ੁਰੂ ਕੀਤਾ ਸੀ, ਬਸ ਉਸ ਤੋਂ ਬਾਅਦ ਇਹ ਇੱਥੇ ਹੀ ਅਟਕੇ ਹੋਏ ਨੇ। ਤੁਸੀਂ ਵੇਖੋ ਕਿ ਆਹ ਬੈਨਰ ਪੋਸਟਰ ਇਹਨਾਂ ਦੇ ਅੰਗਹੀਣ ਭਲਾਈ ਯੂਨੀਅਨ ਪੰਜਾਬ ਜਿਹੜੀ ਹੈ ਇਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਸੰਘਰਸ਼ਰਤ ਹੈ ਤੇ ਇਸੇ ਤਰੀਕੇ ਦੇ ਨਾਲ ਕਾਫੀ ਚੁਣੌਤੀਆਂ ਦਾ, ਇੱਕ ਤਾਂ ਜ਼ਿੰਦਗੀ 'ਚ ਚੁਣੌਤੀ ਹੈ, ਦੂਜਾ ਇਹ ਇੱਕ ਚੁਣੌਤੀ ਜਿਹੜੀ ਹੈ ਇਹਨਾਂ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ, ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਨੂੰ ਲੈ ਕੇ ਹੈ। ਤੇ ਇਹਨਾਂ ਦੇ ਨੁਮਾਇੰਦੇ ਜਾਂ ਫਿਰ ਇਹਨਾਂ ਦੇ ਨਾਲ ਜਿੰਨੇ ਵੀ ਦੇਖੋ ਤੁਸੀਂ ਸਾਥੀ ਆਏ ਹੋਏ ਨੇ ਸਾਰੇ ਪੋਸਟਰ ਲਹਿਰਾ ਰਹੇ ਨੇ, ਪਰ ਇਹਨਾਂ ਦਾ ਇਹੀ ਸਵਾਲ ਹੈ ਪਿਛਲੇ 2-3 ਦਿਨਾਂ ਤੋਂ ਕਿ ਇਹ ਪੋਸਟਰ ਜਿਹੜੇ ਨੇ ਆਉਣ ਜਾਣ ਵਾਲੇ ਸਾਰੇ ਦੇਖ ਰਹੇ ਨੇ, ਇੱਥੇ ਮੌਜੂਦ ਸਿਕਿਉਰਿਟੀ ਵੀ ਦੇਖ ਰਹੀ ਹੈ, ਪਰ ਇਹ ਪੋਸਟਰ ਜਿਹੜੇ ਨੇ ਸਰਕਾਰ ਤੱਕ ਨਹੀਂ ਪਹੁੰਚ ਰਹੇ, ਇਹਨਾਂ ਦੀ ਮੰਗ ਸਰਕਾਰ ਤੱਕ ਨਹੀਂ ਪਹੁੰਚ ਰਹੀ ਹੈ। ਪਿਛਲੇ 2-3 ਦਿਨਾਂ 'ਚ ਕੀ ਕੁਝ ਹਲਚਲ ਹੋਈ ਹੈ, ਕਿਉਂ ਇਹਨਾਂ ਨੂੰ ਬਾਰ-ਬਾਰ ਇੱਥੇ ਬੈਠਣਾ ਪੈ ਰਿਹਾ, ਉਹ ਇਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਪ੍ਰਧਾਨ ਜੀ ਆਪਣਾ ਨਾਮ ਦੱਸੋ ਤੇ ਆਪਣੀਆਂ ਮੰਗਾਂ ਬਾਰੇ ਪਹਿਲੇ ਚਾਨਣਾ ਪਾਓ। ਮੈਂ ਮੰਗਲ ਸਿੰਘ ਗਿੱਲ, ਸੂਬਾ ਐਡਵਾਈਜ਼ਰ ਆਂਗਣ ਭਲਾਈ ਯੂਨੀਅਨ ਪੰਜਾਬ। ਮੈਂ ਤੁਹਾਡੇ ਚੈਨਲ ਰਾਹੀਂ ਇਹ ਸਰਕਾਰ ਨੂੰ ਜਗਾਉਣਾ ਚਾਹੁੰਦਾ ਆ, ਸੁੱਤੀ ਨੂੰ, ਵੀ ਜਿਹੜੇ ਕਰਿੰਦੇ ਆਪਣੀ ਕੋਠੀ ਭਾਏ ਆ ਸੀਐਮ ਸਾਹਿਬ ਨੇ, ਬਿਲਕੁਲ ਝੂਠ ਮਾਰੀ ਜਾਂਦੇ। ਝੂਠ 3 ਦਿਨ ਤੋਂ ਝੂਠ ਮਾਰੀ ਜਾਂਦੇ ਆ। 3 ਦਿਨ ਹੋ ਗਏ ਅੰਕਲ ਬਾਂਸਲ ਨੇ ਪਹਿਲਾਂ 5 ਤਰੀਕ ਨੂੰ ਸਾਡੇ ਨਾਲ ਝੂਠ ਮਾਰਿਆ ਮੀਡੀਆ ਜਾਣ ਕੇ ਵੀ 1 ਹਫ਼ਤੇ ਦੇ ਅੰਦਰ ਸੀਐਮ ਸਾਹਿਬ ਨਾਲ ਤੁਹਾਡੀ ਮਸਲਾ ਹੱਲ ਕਰਾ ਦਿਆਂਗੇ। ਅਸੀਂ ਮਹੀਨੇ ਬਾਅਦ ਆਏ ਆ, ਕੋਈ ਮਸਲਾ ਹੱਲ ਨਹੀਂ। ਹੁਣ ਪਰਸੋਂ ਇਹਨੇ ਸਾਡੇ ਨਾਲ ਫੋਨ ਤੇ ਗੱਲਬਾਤ ਕੀਤੀ ਸਿਕਿਉਰਿਟੀ ਰਾਹੀਂ ਵੀ ਤੁਹਾਡੀ ਜਿਹੜੀ ਮੀਟਿੰਗ ਆ ਉਹ 4:30 ਵਜੇ ਮਨਪ੍ਰੀਤ ਬਾਦਲ, ਅਰੁਣਾ ਚੌਧਰੀ ਮੰਤਰੀ ਸਾਡੀ ਜਿਹੜੀ ਹੈ ਸਮਾਜ ਭਲਾਈ, ਤੇ ਸੁਰੇਸ਼ ਕੁਮਾਰ ਤੇ ਆਪਣੀ ਜਿਹੜੀ ਸੋਸ਼ਲ ਸਿਕਿਉਰਿਟੀ ਦੀ ਸ੍ਰੀਵਾਸਤਵਾ ਜਿਹੜੀ ਸੈਕਟਰੀ ਆ, ਇਹਨਾਂ ਚੌਂ ਨਾਲ ਮੀਟਿੰਗ ਕਰਕੇ ਤੁਹਾਡਾ ਮਸਲਾ ਹੱਲ ਕਰਦੇ ਆ। ਤੁਸੀਂ ਅੱਜ ਉੱਠ ਜਾਓ। ਅਸੀਂ ਸ਼ਾਮ ਨੂੰ ਉੱਠ ਕੇ ਤੇ ਭਰੋਸੇ ਦੇਣ ਤੇ, ਔਰ ਕੱਲ ਫੇਰ ਇਹਨੇ 2 ਵਾਰ ਫੋਨ ਕੀਤਾ ਵੀ ਤੁਹਾਡੇ ਹੱਥ ਤੇ ਮੈਂ ਸੀਐਮ ਹਾਊਸ ਜਾਣ ਡਿਆ। ਪਹਿਲਾਂ ਕਹਿੰਦਾ ਮੈਂ ਮਨਪ੍ਰੀਤ ਦੀ ਕੋਠੀ ਬੈਠਾ, ਮਨਪ੍ਰੀਤ ਨਾਲ ਗੱਲ ਕਰਨ ਡਿਆ, ਮੁੜ ਕਹਿੰਦਾ ਮੈਂ ਸੀਐਮ ਹਾਊਸ ਜਾਣ ਡਿਆ। ਕੱਲ ਦਾ ਨੇ ਫੋਨ ਨਹੀਂ ਚੁੱਕਿਆ, ਤਾਂ ਮੈਂ ਅਰੁਣਾ ਚੌਧਰੀ ਨੂੰ ਅੱਜ ਪੁੱਛਿਆ ਮੀਟਿੰਗ ਕਰਕੇ, ਉਹ ਆਂਦੇ ਮੈਨੂੰ ਕੋਈ ਪਤਾ ਹੀ ਨਹੀਂ ਹੈ ਕੋਈ ਮੀਟਿੰਗ ਰੱਖੀ ਕਿ ਨਹੀਂ ਰੱਖੀ। ਮਨਪ੍ਰੀਤ ਜੀ ਦੀ ਕੋਠੀ ਤਾਂ ਸਾਹਮਣੇ ਹੀ ਹੈ। ਮਨਪ੍ਰੀਤ ਦੀ ਕੋਠੀ ਤਾਂ ਇੱਥੇ ਆ। ਅੰਕਿਤ ਬੰਸਲ ਕਹਿੰਦਾ ਸੀ ਇਹਨਾਂ ਚੌਂ ਦੀ ਰੱਖੀ ਮੀਟਿੰਗ, ਤੇ ਅੱਜ ਉਹਨੇ ਸਾਨੂੰ ਬੁਲਾ ਲਿਆ ਨਾ, ਸਿਕਿਉਰਿਟੀ ਵਾਲਿਆਂ ਨੇ ਗੱਲ ਕੀਤੀ ਨਾ ਸੀਐਮ ਹਾਊਸ ਵੀ ਉਹ ਬੈਠੇ ਤੇ ਦਾ ਮਸਲਾ ਹੱਲ ਕਰੋ। ਉਹਨਾਂ ਨੇ ਇਹ ਕਹਿੰਦੇ ਵੀ ਉੱਥੇ ਭੇਜ ਦਿਓ। ਹੁਣ ਇਹਦੀ ਕੋਠੀ ਤੋਂ ਆਉਣ ਡਏ ਆ ਸਮਾਜ ਭਲਾਈ ਮੰਤਰੀ ਦੀ, ਸਮਾਜ ਭਲਾਈ ਮੰਤਰੀਆਂ ਦੇ ਮੈਨੂੰ ਕੋਈ ਪਤਾ ਹੀ ਨਹੀਂ ਆ, ਤੇ ਇਹ ਝੂਠ ਮਾਰੀਆਂ ਦਾ ਇੱਥੇ ਬੈਠਾ ਵੀ ਮੀਟਿੰਗ ਰੱਖੀ ਹੈ ਤੁਹਾਡਾ ਮਸਲਾ ਹੱਲ ਕਰਨਾ। ਇਸ ਕਰਕੇ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਆ ਵੀ ਇਹ ਜਿਹੜੇ ਝੂਠ ਦੇ ਪਲੰਦੇ ਬਿਠਾਏ ਆ ਇਹਨਾਂ ਨੂੰ ਘਰਾਂ ਨੂੰ ਤੋਰ, ਇਹ ਤੇਰਾ ਬੇੜਾ ਗਰ ਕਰਨ ਡਏ ਤੇ ਜਨਤਾ ਦਾ ਤੇ ਕਰ ਨਹੀਂ ਡਿਆ ਕਿ ਜਥੇਬੰਦੀ ਨੂੰ ਨਹੀਂ ਮਿਲਣ ਦੇਣ ਡੇ ਕਿ ਜਥੇਬੰਦੀਆਂ ਤੇਰਾ ਸੰਦੇਸ਼ ਪਹੁੰਚਾਉਣ ਡਿਆ। ਤੁਹਾਡੇ ਚੈਨਲ ਰਾਹੀਂ ਮੈਂ ਸੰਦੇਸ਼ਾ ਪਹੁੰਚਾਉਣਾ ਚਾਹੁੰਦਾ ਆ ਵੀ ਇਹਨਾਂ ਨਾਲ ਗੱਲਬਾਤ ਕਰਕੇ 15% ਵੋਟ ਆ ਅੰਗਹੀਣਾਂ ਦੀ ਪੰਜਾਬ ਦੇ ਵਿੱਚ, ਇਹ ਵੋਟ ਜੇ ਲੈਣੀ ਆ ਤੇ ਇਹਨਾਂ ਦਾ ਮਸਲਾ ਹੱਲ ਕਰੋ। ਛੋਟੀਆਂ ਜਿਹੀਆਂ ਮੰਗਾਂ ਵੀ ਕੋਈ ਨਹੀਂ ਗੀਆਂ, ਕੋਈ ਸਰਕਾਰ ਦਾ ਇੰਨਾ ਪੈਸਾ ਨਹੀਂ ਖਰਚ ਹੁੰਦਾ, ਕੋਈ ਫਾਈਨਾਂਸ ਮਾਰ ਨੂੰ ਕੋਈ ਘਾਟਾ ਨਹੀਂ ਪੈਣਾ ਇਹਨਾਂ ਨੇ। ਇਸ ਕਰਕੇ ਇਹ ਜਿਹੜਾ ਝੂਠ ਮਾਰਨਾ ਇਹ ਬੰਦ ਕਰਨਾ, ਇਹਨਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ, ਤੇ ਇਹ ਜਿਹੜਾ ਮਸਲਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਹਨਾਂ ਨੂੰ ਮੈਂ ਚੇਤਾਵਨੀ ਦਿੰਦਾ ਵੀ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਕਰਦੇ ਇਹ ਮੋਰਚਾ ਨਹੀਂ ਟੁੱਟਣ ਵਾਲਾ, ਨਾ ਇਹ ਜਾਣਾ ਹੀ ਕਿਸੇ ਨੇ। ਦੂਜੇ ਨੰਬਰ ਤੇ ਮੈਂ ਇਹ ਵੀ ਤੁਹਾਨੂੰ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦਾ, ਸਾਹਮਣੇ ਆ ਜਾਣ, ਸਾਹਮਣੇ ਆ ਕੇ ਕਹਿ ਦੇਣਾ ਅਸੀਂ ਕੁਛ ਨਹੀਂ ਦੇਣਾ, ਅਸੀਂ ਚਲੇ ਜਾਵਾਂਗੇ, ਫਿਰ ਇਹਨਾਂ ਨੂੰ ਇਲੈਕਸ਼ਨ ਚੱਲ ਕੇ ਮਿਲਾਂਗੇ। ਆਹ ਬੇਨਤੀ ਕਰਦਾ ਤੇ ਨਾ ਮੈਂ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਇਹਨਾਂ ਦੀਆਂ ਜ਼ਿੰਦਗੀ 'ਚ ਚੁਣੌਤੀ, ਅੰਗਹੀਣਾਂ ਦੀ ਜ਼ਿੰਦਗੀ, ਇੱਕ ਵਾਰੀ ਖੜੇ ਹੋ ਕੇ ਤੁਸੀਂ ਦਿਖਾ ਦਿਓ ਕਿ ਇਹਨਾਂ ਦੀ ਚੁਣੌਤੀ ਇਹ ਹੈ ਕਿ ਇੱਥੇ ਜ਼ਿੰਦਗੀ ਦੀ ਚੁਣੌਤੀ ਹੈ, ਦੂਜਾ ਇਹ ਨੌਕਰੀ ਦੀ ਚੁਣੌਤੀ ਹੈ, ਇਨਸਾਫ ਰੁਜ਼ਗਾਰ ਦੀ ਚੁਣੌਤੀ ਹੈ। ਇਹ ਇਹਨਾਂ ਨੂੰ ਮਤਲਬ ਅਜਿਹੀਆਂ ਚੁਣੌਤੀਆਂ ਇਸ ਵਿਚਾਲੇ ਇਸ ਸੀਐਮ ਹਾਊਸ ਦੇ ਬਾਹਰ ਆ ਕੇ ਕਰੀਬਨ 2-3 ਦਿਨ ਤੋਂ ਇੱਥੇ ਜਿਹੜੇ ਨੇ ਅਟਕੇ ਹੋਏ ਨੇ, ਤੇ ਇਹਨਾਂ ਨੂੰ ਬਾਰ-ਬਾਰ ਇਹੀ ਕਿਹਾ ਜਾ ਰਿਹਾ ਕਿ ਮੀਟਿੰਗ ਅਰੇਂਜ ਕਰਵਾਈ ਜਾ ਰਹੀ ਹੈ, ਪਰ ਮੀਟਿੰਗ ਕਿੱਥੇ ਅਰੇਂਜ ਕਰਵਾਈ ਜਾ ਰਹੀ ਹੈ ਇਹ ਇਸੇ ਨੂੰ ਲੈ ਕੇ ਜਿਹੜਾ ਸਵਾਲ ਹੈ। ਇੱਕ ਬੀਬੀ ਜੀ ਵੀ ਆਏ ਹੋਏ ਨੇ। ਹਾਂਜੀ, ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਸਰਬਜੀਤ ਕੌਰ ਹੈ। ਕਿੱਥੋਂ ਆਏ ਹੋ ਤੁਸੀਂ? ਮੈਂ ਮੁਕਤਸਰ ਸਾਹਿਬ ਤੋਂ ਹੀ। ਅੱਛਾ, ਤੁਹਾਡੇ ਸਾਹਮਣੇ ਕੀ ਚੁਣੌਤੀ ਲੱਗ ਰਹੀ ਹੈ ਸਾਰੀ ਕੁਝ ਤਸਵੀਰ ਦੇਖ ਕੇ? ਤਸਵੀਰ ਦੇਖ ਕੇ ਤਾਂ ਸਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇੱਦਾਂ ਕਿ ਕੁਝ
ਲਾਈਫ 'ਚ ਕੁਝ ਨਹੀਂ ਹੈ, ਮਤਲਬ ਸਭ ਕੁਝ ਸਾਫ਼ ਹੈ। ਕੀ ਵਾਅਦੇ ਹੋਏ ਸੀ ਤੁਹਾਡੇ ਨਾਲ? ਵਾਅਦੇ ਸਰ ਇਹੀ ਸੀ ਕਿ ਅੰਗਹੀਣ ਨੂੰ ਪਹਿਲ ਦੇ ਆਧਾਰ ਤੇ ਜੌਬ ਦਿੱਤੀ ਜਾਊਗੀ। ਕੋਈ ਸਾਨੂੰ ਜੌਬ ਨਹੀਂ ਆ। ਦੇਖਿਆ ਜਾਵੇ ਤਾਂ ਡਬਲ ਫੀਸ ਲੈ ਰਹੇ ਆ ਸਾਡੇ ਤੋਂ। ਤੁਸੀਂ ਹੁਣ ਆਮ ਹੀ ਦੇਖ ਸਕਦੇ ਹੋ, ਜਿੰਨੀਆਂ ਵੀ ਪੋਸਟਰਸ ਨਿਕਲੀਆਂ ਹੈਗੀਆਂ ਤਾਂ ਉਹਨਾਂ ਦੀ ਡਬਲ ਫੀਸ ਰੱਖੀ ਗਈ ਆ। ਸੋ ਕੋਈ ਹੱਲ ਹੀ ਨਹੀਂ ਹੈ ਸਰ ਇਸ ਚੀਜ਼ ਦਾ। ਜਾਂ ਤਾਂ ਸਾਨੂੰ ਜੌਬ ਦੇ ਦੇਣ ਜਾਂ ਸਾਨੂੰ ਬਿਲਕੁਲ ਇਨਕਾਰ ਕਰ ਦੇਣ। ਘਰ ਘਰ ਨੌਕਰੀ ਦੇ ਵਾਅਦੇ ਜਿਹੜੇ ਨੇ, ਘਰ ਨੌਕਰੀ ਦੇ ਵਾਅਦੇ ਆ ਸਰ, ਠੀਕ ਆ। ਘਰ ਨੌਕਰੀ ਦੇ ਵਾਅਦੇ ਹਰ ਪਿੰਡ ਦੇ ਵਿੱਚ ਘੱਟੋ ਘੱਟ 5 ਬੱਚੇ ਹੈਂਡੀਕੈਪਟ ਆ ਜਿਹੜੇ ਬਿਲਕੁਲ ਚੱਲ ਫਿਰ ਨਹੀਂ ਸਕਦੇ, ਤੁਰ ਨਹੀਂ ਸਕਦੇ। ਜੇ ਇਹਨਾਂ ਨੇ ਘਰ ਨੌਕਰੀ ਦਾ ਵਾਅਦਾ ਕੀਤਾ, ਹਰ ਪਿੰਡ ਦੇ ਵਿੱਚੋਂ 2 ਬੱਚੇ ਜਾਂ 3 ਬੱਚੇ ਜੋ ਵਧੀਆ ਐਜੂਕੇਸ਼ਨ ਹੈ ਉਹਨਾਂ ਕੋਲ, ਉਹ ਬੱਚੇ ਕੱਢ ਲੈਣ ਤਾਂ ਘਰ ਨੌਕਰੀ ਦਾ ਟੀਚਾ ਤਾਂ ਇਹਨਾਂ ਦਾ ਖੁਦ ਹੀ ਕੰਪਲੀਟ ਹੋ ਜਾਣਾ ਹੈਗਾ। ਠੀਕ ਹੈ ਨਾ ਸਰ? ਤਾਂ ਲੋੜ ਕੀ ਹੈ ਫਿਰ? ਨਾਲੇ ਤਾਂ ਬੱਚੇ ਦੀ ਹੈਲਪ ਹੋ ਜੂਗੀ, ਨਾਲ ਇਹਨਾਂ ਦਾ ਹੀ ਟੀਚਾ ਪੂਰਾ ਹੋ ਜੂਗਾ ਵੀ ਅਸੀਂ ਘਰ ਨੌਕਰੀ ਦੇ ਰਹੇ ਹਾਂ। ਠੀਕ ਹੈ। ਤੁਸੀਂ ਵੇਖ ਸਕਦੇ ਹਾਂਜੀ, ਇੱਕ ਵਾਰੀ ਇਹ ਤਸਵੀਰ ਵੇਖੋ ਕਿ ਹਰ ਉਮਰ ਦੇ ਮਤਲਬ ਯੁਵਾ ਵਰਗ ਵੀ ਹੈਗਾ, ਇਹ ਮਤਲਬ ਉਮਰ ਦਰਾਜ਼ ਵੀ ਹੈਗੇ ਨੇ। ਹਰ ਇੱਕ ਵਰਗ ਦੇ ਅੰਗਹੀਣ ਇੱਥੇ ਬੈਠੇ ਹੋਏ ਨੇ, ਆਪਣੇ ਲਈ ਕਹਿ ਰਹੇ ਕਿ ਨੌਕਰੀ ਦੀ ਮੰਗ ਕਰ ਰਹੇ ਨੇ। ਸਰਕਾਰ ਦਾ ਵਾਅਦਾ ਜਿਹੜਾ ਉਹਨਾਂ ਨੇ ਕੀਤਾ ਸੀ ਉਹ ਪੂਰਾ ਹੋ ਜਾਂਦਾ, ਇਹੀ ਉਮੀਦ ਆਪਣੇ ਲਈ ਲਾ ਰਹੇ ਸੀ, ਪਰ ਇਹ ਚੁਣੌਤੀ ਪੈਦਾ ਹੋ ਰਹੀ। ਤੁਸੀਂ ਕੀ ਕਹਿ ਰਹੇ ਸੀ ਮੰਗਲ? ਖੋਜੀ ਜੇ ਅੰਗਹੀਣ ਜਿਹੜਾ ਕੈਪਟਨ ਸਾਹਿਬ ਕਹਿੰਦੇ ਨਾ ਜੋ ਆਉਣਾ ਸੱਤਾ ਵਿੱਚ ਵੀ ਘਰ ਰੁਜ਼ਗਾਰ ਦੇਵਾਂਗੇ, ਉਸ ਰੁਜ਼ਗਾਰ ਦਾ ਤੁਹਾਨੂੰ ਮੈਂ ਪਰਦਾਪੋਸ਼ ਕਰਦਾ ਵੀ ਅੰਗਹੀਣਾਂ ਇਹਨਾਂ ਨੇ 19,500 ਬੰਦਾ ਭਰਤੀ ਕੀਤਾ ਅਦਰ ਸੋਰਸ ਤੇ ਠੇਕੇ ਦੇ ਆਧਾਰ ਤੇ। ਉਹਦੇ ਵਿੱਚ 3% ਅੰਗਹੀਣਾਂ ਦਾ ਕੋਟਾ, ਇੱਕ ਅੰਗਹੀਣ ਨਹੀਂ ਭਰਤੀ ਕੀਤਾ। ਬੜੇ ਟੌਰ ਦੇ ਨਾਲ ਮਹਿਕਮਾ ਲਿਖ ਕੇ ਦੇਣ ਡਿਆ ਵੀ ਕੋਈ ਅੰਗ ਨਹੀਂ ਭਰਤੀ ਕੀਤਾ, ਜੋ ਕਿ ਲੋਕ ਸਭਾ 'ਚ ਐਕਟ ਪਾਸ ਹੋ ਚੁੱਕਾ 1995 ਪਹਿਲਾਂ ਵੀ ਇਹਨਾਂ ਨੂੰ 3% ਕੋਟਾ ਦੇਣਾ ਬਣਦਾ, ਪਰ ਇਹਨਾਂ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ ਇਹਨਾਂ ਅੰਗਹੀਣਾਂ ਨੇ 3 ਰਿਟ ਪਟੀਸ਼ਨਾਂ ਪੰਜਾਬ ਦੇ ਹੜਾਂ ਹਾਈਕੋਰਟ ਵਿੱਚ ਕੀਤੀਆਂ। ਉੱਥੇ ਇਹਨਾਂ ਦੇ ਵਕੀਲ ਜਾ ਕੇ ਵਿਰੋਧਤਾ ਕਰਦੇ ਆ। ਤੁਸੀਂ ਤਾਂ ਕਹਿੰਦੇ ਰੁਜ਼ਗਾਰ ਦੇਣਾ, ਰੁਜ਼ਗਾਰ ਦੇਣ ਦੀ ਬਜਾਏ ਇਹ ਵਿਰੋਧਤਾ ਕਰਦੇ ਰੁਜ਼ਗਾਰ ਦੀ। ਨਹੀਂ ਤੇ ਇਹਨਾਂ ਨੂੰ ਚਾਹੀਦਾ ਹੋਦਣ ਦਾ ਹੀ, ਜਿਉਂ ਦੀ ਸਰਕਾਰ ਬਣੀ ਆ ਉਹਦੇ ਕੋਰਟ ਜਾ ਕੇ ਦਿੰਦੇ ਵੀ ਇਹਨਾਂ ਨੂੰ ਦੇ ਦਿਓ ਰੁਜ਼ਗਾਰ, ਸਾਨੂੰ ਕੋਈ ਇਤਰਾਜ਼ ਨਹੀਂ। ਇਹਨਾਂ ਰੁਜ਼ਗਾਰ ਕਿੱਥੋਂ ਦੇਣਾ? ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਆ। ਜੇ ਹੁਣ ਇਹਨਾਂ ਨਾ ਕੁਛ ਕੀਤਾ ਤੇ ਇਹ ਭੁੱਲ ਜਾਣ ਆਪਣੇ ਸਰਕਾਰ ਬਣਾਉਣੀ। ਆਂਦਾ ਨਾ ਅਗਲਾ ਮੁੱਖ ਮੰਤਰੀ ਬਣਨਾ, ਅਗਲਾ ਨਹੀਂ, ਆਪਣੀ ਜ਼ਿੰਦਗੀ 'ਚ ਨਹੀਂ ਇਹ ਬਣ ਸਕਦਾ। ਇਹ ਮੈਂ ਵਾਅਦੇ ਨਾਲ ਕਹਿ ਦਿੰਦਾ। ਚੰਡੀਗੜ੍ਹ ਦੇ ਵਿੱਚ ਦੂਰਦਰਸ਼ਨ ਕੇਂਦਰ ਦੇ ਵਿੱਚ ਬੰਬ ਮਿਲਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਹੜਕੰਪ ਤੋਂ ਬਾਅਦ ਅਫਰਾ ਤਫਰੀ ਵਿੱਚ ਮੌਕੇ ਤੇ ਫਾਇਰ ਬ੍ਰਿਗੇਡ, ਡੌਗ ਸਕੁਐਡ ਸਮੇਤ 100 ਪੁਲਿਸ ਕਰਮੀ ਪਹੁੰਚੇ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਨਾਲ ਹੀ ਕੇਂਦਰ ਦੇ ਅੰਦਰ ਕੰਮ ਕਰ ਰਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਮੌਕ ਡਰਿਲ ਸੀ। ਮੌਕੇ ਤੇ ਮੌਜੂਦ ਪੁਲਿਸ ਕਰਮੀਆਂ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਵਿੱਚ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਦੂਰਦਰਸ਼ਨ ਕੇਂਦਰ ਦੇ ਅੰਦਰ ਬੰਬ ਹੈ। ਇਸ ਸੂਚਨਾ ਦਾ ਮੈਸੇਜ ਫਲੈਸ਼ ਹੁੰਦੇ ਹੀ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ। ਉਸੇ ਵੇਲੇ ਫਾਇਰ ਬ੍ਰਿਗੇਡ ਅਤੇ ਡੌਗ ਸਕੁਐਡ ਵੀ ਮੌਕੇ ਤੇ ਪਹੁੰਚੇ। ਪੁਲਿਸ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ। ਪੁਲਿਸ ਨੇ ਦੂਰਦਰਸ਼ਨ ਕੇਂਦਰ ਨੂੰ ਸੀਲ ਕਰਦੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉਧਰ ਵਧ ਰਹੇ ਅਪਰਾਧਾਂ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਦਰਅਸਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਤੇ ਉਹ ਯੂਪੀ ਦਾ ਰਹਿਣ ਵਾਲਾ ਹੈ। ਕਿਹਾ ਵੀ ਜਾ ਰਿਹਾ ਹੈ ਕਿ ਉਹ ਬੁੜੈਲ ਅਤੇ ਨਇਆ ਗਾਉਂ ਦੇ ਵਿੱਚ ਹੋਟਲ ਚਲਾਉਂਦਾ ਸੀ। ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਬੱਬੂ ਮਾਨ ਦੇ ਇਸ ਪੰਜਾਬੀ ਗੀਤ ਦੇ ਬੋਲ ਅਤੇ ਉਸੇ ਰਾਹ ਤੇ ਚੱਲ ਰਿਹਾ ਸੀ ਤਨਾਸਤਾ ਰਹਿਣ ਵਾਲਾ ਅਮਨ, ਜੋ ਕਿ ਹੁਣ ਸਲਾਖਾਂ ਦੇ ਪਿੱਛੇ ਹੈ। ਚੰਡੀਗੜ੍ਹ ਥਾਣਾ ਮਲੋਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦ ਅਮਨ ਨੂੰ ਆਟੋਮੈਟਿਕ 32 ਬੋਰ ਤੇ 4 ਜ਼ਿੰਦਾ ਕਾਰਤੂਸਾਂ ਦੇ ਨਾਲ ਪੁਲਿਸ ਵੱਲੋਂ ਦਬੋਚਿਆ ਗਿਆ। ਤੁਹਾਨੂੰ ਦੱਸਦੀ ਕਿ 33 ਸਾਲ ਦਾ ਅਮਨ ਮੂਲ ਰੂਪ ਜੌਨਪੁਰ ਯਾਨੀ ਕਿ ਯੂਪੀ ਦਾ ਰਹਿਣ ਵਾਲਾ ਹੈ ਤੇ ਚੰਡੀਗੜ੍ਹ ਦੇ ਬੁੜੈਲ ਅਤੇ ਨਵਾਂ ਗਾਉਂ ਦੇ ਵਿੱਚ ਹੋਟਲ ਚਲਾ ਰਿਹਾ। ਥਾਣਾ ਮੁਖੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਨੌਜਵਾਨ ਦੇ ਵੱਲੋਂ ਆਟੋਮੈਟਿਕ ਪਿਸਟਲ ਲੈ ਕੇ ਘੁੰਮਣ ਦੀ ਗੁਪਤ ਸੂਚਨਾ ਮਿਲੀ ਸੀ ਤੇ ਵੀ ਪਤਾ ਲੱਗਿਆ ਸੀ ਕਿ ਇਹ ਨੌਜਵਾਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਜਿਸ ਤੋਂ ਬਾਅਦ ਇੰਸਪੈਕਟਰ ਓਮ ਪ੍ਰਕਾਸ਼ ਅਤੇ ਉਹਨਾਂ ਦੀ ਟੀਮ ਨੇ ਬਲੋਇਆ EWS ਕਲੋਨੀ ਦੇ ਕੋਲ ਤੋਂ ਯੁਵਕ ਯਾਨੀ ਕਿ ਨੌਜਵਾਨ ਨੂੰ ਦਬੋਚ ਲਿਆ। ਉਸ ਦੇ ਕਬਜ਼ੇ ਤੋਂ 32 ਬੋਰ ਦੀ ਆਟੋਮੈਟਿਕ ਪਿਸਤਲ ਅਤੇ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਫੜੇ ਗਏ ਆਰੋਪੀ ਦੀ ਪਹਿਚਾਣ ਤਨਾਸ ਨਿਵਾਸੀ ਅਮਨ ਦੇ ਰੂਪ ਵਿੱਚ ਹੋਈ है। ये कल मेरी पुलिस पार्टी पेट्रोलिंग पे थी
उसको पुलिस पार्टी को इन्फॉर्मेशन मिलती है कोई आदमी यहाँ पे मलोआ के क्षेत्र में कहीं वारदात करने के लिए आया है और उसके पास है ना कोई नाजायज़ पिस्टल है। उस इंफॉर्मेशन को डेवलप किया गया। डेवलप करने के बाद रेडिंग पार्टी तैयार करेगी। रेडिंग पार्टी के दौरान एक सस्पिशियस पर्सन मिलता है EVS कॉलोनी इलेक्ट्रिसिटी पार्किंग में, तो उसको पूछा, चेक कराया गया। तो चेक करने के बाद तो उसके पास से एक ऑटोमेटिक पिस्टल बरामद होती है 32 बोर की, और उसके साथ उसके लाइव कार्ट्रिजेस भी 4 बरामद होते हैं, जिसमें से एक कार्ट्रिज उसके चैम्बर में था। उसको लोड करके उसको सारे का सारा सीजर किया गया और उसको बेसिकली पूछा गया तो उसने बताया कि भी मैं इसको जौनपुर यूपी से लेके आया था, खरीद के लेके आया था उसको। ये बेसिकली रहने वाला भी वहाँ का है। तो फर्दर अभी इससे और पूछताछ कर रहे हैं। इसका 1 दिन का रिमांड लिया गया है। ये इसके लोकल नेटवर्क है और इसको जहाँ से ये खरीद के लेके आया, इसको दोनों को वेरीफाई कर रहे हैं। जो पकड़ा गया आरोपी उसकी पहचान कहाँ की है, क्या नाम है? इसका नाम अमन है। ये धन्नास का रहने वाला है। बेसिकली ये होटल चलाता है, होटल इंडस्ट्री से जुड़ा हुआ है। इसके बुढ़ैल में भी होटल है और ये होटल नए गांव में भी इसका होटल है। तो इसका सारा परिवार, इसकी फैमिली, इसके भाई भी हैं 2 और इसके फादर साहब, वो सारे इसी लाइन से जुड़े हुए हैं। तो अभी तक कुछ और जांच में सामने आया हो? तो काफ़ी चीज़ें इसमें नई निकल के आई हैं। तो ये इसको हथियारों का शौक़ रहा है। कोई भी है इसका किसी भी प्रकार का, इसको टॉय गन है या कोई और भी है, तो उनके साथ ये फ़ोटो खिंचवाता है, तो उसको लेता भी है। उसके बाद फिर देखते हैं, इसको फर्दर अभी इंटरोगेट कर रहे हैं। जहाँ से जो संपर्क में इसके होगा या जहाँ से कनेक्शन या कनेक्टेड होगा तो हम उसको वेरीफाई करेंगे। ਥਾਣਾ ਪੁਲਿਸ ਮਾਮਲੇ ਵਿੱਚ ਗ੍ਰਿਫਤਾਰ ਆਰੋਪੀ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਇਸ ਦੇ ਤਾਰ ਯੂਪੀ ਦੇ ਨਾਲ ਜੁੜੇ ਹੋਣ ਦੇ ਚੱਲਦੇ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਰੋਪੀ ਚੰਡੀਗੜ੍ਹ ਦੇ ਵਿੱਚ ਕਿੱਥੇ-ਕਿੱਥੇ ਸੰਪਰਕ ਵਿੱਚ ਹੈ ਅਤੇ ਕਿਸ-ਕਿਸ ਨੂੰ ਹੋਰ ਹਥਿਆਰ ਦੇਣ ਚੰਡੀਗੜ੍ਹ ਆਇਆ ਸੀ ਤੇ ਆਖਿਰਕਾਰ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ। ਪੁਲਿਸ ਅਮਨ ਤੋਂ ਗੰਭੀਰਤਾ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਵੈਕਸੀਨੇਸ਼ਨ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੈਕਸੀਨ ਲੱਗ ਰਹੀ ਹੈ, ਪਰ ਬਹੁਤ ਸਾਰੇ ਲੋਕ ਹਾਲੇ ਵੀ ਅਜਿਹੇ ਹਨ ਜੋ ਵੈਕਸੀਨ ਲਗਵਾਉਣ ਤੋਂ ਕਤਰਾ ਰਹੇ ਨੇ। ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੋਰੋਨਾ ਦੀ ਇਸ ਮਹਾਮਾਰੀ ਵਿੱਚ ਜੇਕਰ ਬਚਣਾ ਹੈ ਤਾਂ ਵੈਕਸੀਨੇਸ਼ਨ ਜ਼ਰੂਰੀ ਹੈ। ਇਸ ਨੂੰ ਲੈ ਕੇ ਲਗਾਤਾਰ ਸਰਕਾਰ ਦੀ ਆਪਣੇ ਵੱਲੋਂ ਮੁਹਿੰਮ ਚੱਲ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਲਗਾਤਾਰ ਜਨਤਾ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਕਰ ਰਹੀ ਹੈ। ਪਰ ਬਾਵਜੂਦ ਇਸ ਦੇ ਕਈ ਲੋਕ ਹਾਲੇ ਵੀ ਵੈਕਸੀਨੇਸ਼ਨ ਲਗਵਾਉਣ ਤੋਂ ਬਚ ਰਹੇ ਹਨ। ਇਸ ਨੂੰ ਲੈ ਕੇ SDM ਸਾਊਥ ਰੁਪੇਸ਼ ਕੁਮਾਰ ਵੱਲੋਂ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਆਗਾਜ਼ ਸੈਕਟਰ 41 ਸਥਿਤ ਕ੍ਰਿਸ਼ਨਾ ਮਾਰਕੀਟ ਵੱਲੋਂ ਕੀਤਾ ਗਿਆ। ਕ੍ਰਿਸ਼ਨਾ ਮਾਰਕੀਟ ਵਿੱਚ ਬਹੁਤ ਸਾਰੀਆਂ ਦੁਕਾਨਾਂ ਹਨ ਅਤੇ ਇੱਥੇ ਕਾਫੀ ਗਿਣਤੀ ਵਿੱਚ ਲੋਕ ਸ਼ਾਪਿੰਗ ਲਈ ਆਉਂਦੇ ਹਨ। ਕ੍ਰਿਸ਼ਨਾ ਮਾਰਕੀਟ ਵਿੱਚ ਹਾਲੇ ਵੀ ਕਈ ਦੁਕਾਨਦਾਰਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ। ਇਸ ਨੂੰ ਲੈ ਕੇ SDM ਸਾਊਥ ਵੱਲੋਂ ਜਿਨ੍ਹਾਂ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਗਈ ਹੈ ਉਹਨਾਂ ਦੀ ਦੁਕਾਨ ਤੇ ਵੈਕਸੀਨੇਸ਼ਨ ਦੇ ਸਟicker ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉੱਥੇ ਹੀ ਗੱਲਬਾਤ ਦੌਰਾਨ SDM ਨੇ ਦੱਸਿਆ ਕਿ ਇਸ ਤੋਂ ਇਹ ਫਾਇਦਾ ਹੋਵੇਗਾ, ਜਦੋਂ ਵੀ ਕੋਈ ਗ੍ਰਾਹਕ ਆਏਗਾ ਤਾਂ ਉਹ ਦੁਕਾਨ ਉੱਤੇ ਇਸ ਸਟicker ਨੂੰ ਲਗਾਵੇ ਕਿ ਤਾਂ ਉੱਥੇ ਹੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗਾ। इंटरनेशनल लेवल पे ये पैंडेमिक फैला हुआ है और इसका एक ही इलाज है कि हमें वैक्सीनेशन सबको करवानी है। तो ये जो हमारे दुकानदार भाई लोग हैं जो वैक्सीनेशन करवा रहे हैं, बाय सरकार, चंडीगढ़ सरकार के साथ सहयोग कर रहे हैं, तो उनको ये है कि जिन्होंने फुली वैक्सीनेट करवा चुके हैं, जिन्होंने दोनों डोज लगवा ली, उनको हम 2 डोज का प्राउडली वैक्सीनेटेड स्टिकर दे रहे हैं और जिन्होंने 1 करवाई है उनको दे रहे हैं 1 वैक्सीनेटेड का। इसके लिए ये दोनों के लिए विन विन सिचुएशन है। जो कस्टमर विजिट करेगा उसके लिए ये है, ही और शी उनको पता होगा जो भी है कि जो दुकानदार है कि वो वैक्सीनेटेड है, सेफ़ है, वी कैन विज़िट। और दुकानदार के लिए ये है कि उसको कस्टमर अट्रैक्ट होगा और हमें धीरे धीरे ये पता लगेगा कि कहाँ पे वैक्सीनेशन कमी है और उसको हम रैम्प अप करेंगे। वैक्सीनेशन ही एकमात्र इलाज है। अभी तक जो रिसर्च आई है, जैसे कहा जा रहा है एक्सपर्ट्स के द्वारा कि वैक्सीनेशन करवाने से आपको इतनी स्वेटी नहीं होती, आपको हॉस्पिटल जाने की शायद ज़रूरत नहीं पड़े। तो हमें ये हमारी जिम्मेवारी, नैतिक जिम्मेवारी बनती है कि हम वैक्सीनेशन करवाएं। तो उसी के चक्कर में हम ये हैं कि आइडेंटिफाई करें और जो लोग रह गए हैं उनको मोटिवेट करें
क्योंकि जिसके दुकानदार पे स्टिकर नहीं लगा होगा वैक्सीनेशन का, कस्टमर को पता लगेगा नहीं है, तो हो सकता है कस्टमर कम आए उस पर दुकान पे, तो वो मोटिवेट होगा कि मैं वैक्सीन करवाऊँ जल्द से जल्द। ਉੱਥੇ ਮਾਰਕੀਟ ਦੇ ਪ੍ਰਧਾਨ ਨੇ ਵੀ ਕਿਹਾ ਕਿ ਉਹ ਵਾਰ-ਵਾਰ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹਨ, ਪਰ ਇਹ ਦੁਕਾਨਦਾਰਾਂ ਦੀ ਗਲਤੀ ਹੈ ਅਤੇ ਇਹ ਐਸਡੀਐਮ ਵੱਲੋਂ ਇੱਕ ਵਧੀਆ ਕੋਸ਼ਿਸ਼ ਹੈ। ਪਾਸਟਰ ਸਾਹਿਬ ਤਾਂ ਸਵੇਰੇ ਸਾਜਰੇ ਉੱਠਦੇ ਹੈ, ਰਾਤ ਨੂੰ 3-3 ਵਜੇ ਤੱਕ ਸੌਂਦੇ ਹੈ, ਪਬਲਿਕ ਕਿਤੇ ਹੀ ਕੰਮ ਕਰਦੇ ਹੈ। ਫਿਰ ਵੀ ਇਹ ਪਬਲਿਕ ਇਹ ਕੰਮ ਕਰਨ ਨੂੰ ਤਿਆਰ ਨਹੀਂ। ਆ ਨਾਲ ਕਮੇਟੀ ਸੈਂਟਰ ਸਿਰਫ ਸੜਕ ਟੱਪਣੀ ਹੈ, ਕੱਲੇ ਨੂੰ ਕਹੀਦਾ 20 ਵਾਰੀ ਲੌਸਮੈਂਟ ਕਰੀਦੀ ਵੀ ਭਾਈ ਲਵਾ ਲਓ, ਪਰ ਫਿਰ ਵੀ ਇਹ ਸਮਝਦੇ ਨਹੀਂ ਹੈ। ਹੁਣ ਤੁਸੀਂ ਇਹਨਾਂ ਨੂੰ ਅਵੇਅਰ ਕਰੋਗੇ, ਹੁਣ ਪਤਾ ਲੱਗ ਜਾਏਗਾ, ਹੁਣ ਬਾਈ ਡਾਟਾ ਇਹਨਾਂ ਦਾ ਆ ਜਾਏਗਾ, ਆਪਾਂ ਕੱਲੇ ਨੂੰ ਕੱਢ ਕੇ ਲਵਾਵਾਂਗੇ। ਬਹੁਤ ਅੱਛਾ ਉਪਰਾਲਾ ਹੈ ਜੀ। ਐਸਡੀਐਮ ਸਾਹਿਬ ਆ ਕੇ ਗਏ ਨੇ, ਅੱਜ ਵਿਜ਼ਿਟ ਕਰਕੇ ਗਏ ਨੇ। ਉਹਨਾਂ ਦੀ ਇੱਛਾ ਹੈ ਕਿ ਇਹ ਮਾਰਕੀਟ ਚੰਡੀਗੜ੍ਹ ਦੀ ਸਭ ਤੋਂ ਪਹਿਲੀ ਮਾਰਕੀਟ ਬਣੇ ਕਿ ਇਹ ਟੋਟਲੀ ਮਾਰਕੀਟ ਵੈਕਸੀਨੇਟਿਡ ਹੈ, ਔਰ ਇਹਦੇ ਨਾਲ ਇਹਨਾਂ ਨੂੰ ਵੀ ਫਾਇਦਾ ਹੈ, ਜਿਹੜਾ ਗ੍ਰਾਹਕ ਆਂਦਾ ਹੈ ਉਹਨੂੰ ਵੀ ਫਾਇਦਾ ਹੈ, ਦੁਕਾਨਦਾਰ ਨੂੰ ਵੀ ਫਾਇਦਾ ਹੈ। ਇਹ ਇਹਨਾਂ ਦੇ ਫਾਇਦੇ ਵਾਸਤੇ, ਕਿਉਂਕਿ ਅਸੀਂ ਅੱਜ 12 ਕੈਂਪ ਲਗਭਗ ਮਾਰਕੀਟ ਦੇ ਸਾਹਮਣੇ ਕਮਿਊਨਿਟੀ ਸੈਂਟਰ ਦੇ ਵਿੱਚ ਲਗਾ ਚੁੱਕੇ ਹਾਂ, ਪਰ ਅੱਜ ਵੀ ਮੈਨੂੰ ਬੜੀ ਸ਼ੇਮ ਮਹਿਸੂਸ ਹੋ ਰਹੀ ਸੀ ਦੇਖ ਕੇ ਇਹਨਾਂ ਨੂੰ। ਬਈ ਕਈ ਦੁਕਾਨਦਾਰ ਇਹੋ ਜਿਹੇ ਸੀ ਜਿਹੜੇ 100 ਮੀਟਰ ਦੀ ਦੂਰੀ ਤੇ ਕੈਂਪ 100 ਮੀਟਰ ਦੀ ਦੂਰੀ ਤੇ ਵੀ ਕੈਂਪ ਨਹੀਂ ਹੈ, ਔਰ ਉੱਥੇ ਜਾ ਕੇ ਵੀ ਨਹੀਂ ਲਵਾ ਸਕੇ। ਮਤਲਬ ਅੱਜ ਇਹਨਾਂ ਦੀਆਂ ਸਾਹਮਣੇ ਆਉਂਦੀਆਂ ਚੀਜ਼ਾਂ, ਮਤਲਬ ਇਹ ਇਹਨਾਂ ਵਾਸਤੇ ਠੀਕ ਗੱਲਾਂ ਨਹੀਂ ਨੇ। ਦੱਸ ਦਿੰਦੇ ਹਾਂ ਕਿ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲੋਕ ਛੇਤੀ ਤੋਂ ਛੇਤੀ ਵੈਕਸੀਨੇਸ਼ਨ ਲਗਾਉਣ ਤਾਂ ਕਿ ਉਹ ਆਪ ਵੀ ਬਚਣ ਤੇ ਸ਼ਹਿਰ ਨੂੰ ਵੀ ਸੁਰੱਖਿਅਤ ਰੱਖਣ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਗੱਲ ਕੋਰੋਨਾ ਅਪਡੇਟ ਦੀ ਕਰ ਲੈਣੇ ਤਾਂ ਹਮੇਸ਼ਾ ਤੁਹਾਨੂੰ ਇਹੀ ਗੱਲ ਕਹਿੰਦੇ ਹੈਗੇ ਆ ਕਿ ਮਾਮਲੇ ਬੇਸ਼ੱਕ ਘਟ ਰਹੇ ਨੇ ਸਾਡੇ ਸੂਬੇ ਦੇ ਵਿੱਚ, ਇਹ ਨਹੀਂ ਕਹਿ ਸਕਦੇ ਕਿ ਅਸੀਂ ਦੇਸ਼ ਭਰ ਦੇ ਵਿੱਚ, ਕਿਉਂਕਿ ਜੇ ਹੁਣ ਇਸ ਵੇਲੇ ਤੁਸੀਂ ਕੇਰਲਾ ਦਾ ਹਾਲ ਦੇਖੋ ਤਾਂ ਕੇਰਲਾ ਦੇ ਵਿੱਚ ਲਗਾਤਾਰ ਮਾਮਲੇ ਵੱਧਦੇ ਹੀ ਜਾ ਰਹੇ ਨੇ। ਡੈਲਟਾ ਵੇਰੀਐਂਟ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ, ਤਾਂ ਅਜਿਹੇ ਵਿੱਚ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਤੇ ਬੇਸ਼ੱਕ ਸਰਕਾਰ ਨੇ ਛੂਟ ਦੇ ਦਿੱਤੀ ਹੈ, ਪਰ ਆਪਣਾ ਧਿਆਨ ਜ਼ਰੂਰ ਰੱਖੋ, ਕੋਰੋਨਾ ਦੇ ਨਿਯਮਾਂ ਦਾ ਪਾਲਣ ਜ਼ਰੂਰ ਕਰੋ। ਮਾਮਲਿਆਂ ਦੀ ਗੱਲ ਕਰ ਲੈਂਦੇ ਹਾਂ, ਅਪਡੇਟ ਦੀ ਗੱਲ ਕਰ ਲੈਂਦੇ ਹਾਂ। ਮੋਹਾਲੀ ਚੰਡੀਗੜ੍ਹ ਦੇ ਵਿੱਚ ਕੋਰੋਨਾ ਅਪਡੇਟ ਕੀ ਕਹਿੰਦੀ ਹੈ ਤਾਂ ਅੱਜ ਕੁੱਲ 6 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 5 ਚੰਡੀਗੜ੍ਹ ਤੇ 1 ਮੋਹਾਲੀ ਚੋਂ ਦਰਜ ਕੀਤਾ ਗਿਆ। ਤੇ ਕੁੱਲ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ 1866 ਮੌਤਾਂ ਹੋਈਆਂ ਨੇ, ਇਸ ਦੇ ਵਿੱਚੋਂ 1057 ਮੌਤਾਂ ਮੋਹਾਲੀ ਤੇ 809 ਮੌਤਾਂ ਚੰਡੀਗੜ੍ਹ ਤੋਂ ਦਰਜ ਕੀਤੀਆਂ। ਰੁਖ ਮੌਸਮ ਦਾ ਕਰ ਲੈਂਦੇ ਆ ਤਾਂ ਮੰਗਲਵਾਰ ਸ਼ਾਮ ਤੋਂ ਲਗਾਤਾਰ ਮੀਂਹ ਪੈ ਰਿਹਾ, ਜਿਸ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਸੁਹਾਵਣਾ ਹੀ ਰਹੇਗਾ। 31 ਤਰੀਕ ਤੱਕ ਥੋੜਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜੇ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।